ਜਦੋਂ ਕੋਈ ਵੀ ਬੰਦਾ ਮਿਹਨਤ ਕਰਦਾ ਹੈ ਤੇ ਉਸ ਨੂੰ ਉਸ ਦੀ ਮਿਹਨਤ ਦਾ ਫਲ ਮਿਲਦਾ ਹੈ ਤਾਂ ਉਸ ਨੂੰ ਚੰਗਾ ਲੱਗਦਾ ਆ। ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਸੈਗਮੈਂਟਸ ਹੁੰਦੇ ਹਨ ਅਸੀਂ ਇਹਨਾਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਤੇ ਸਮਾਂ ਲਾ ਕੇ ਤਿਆਰ ਕਰਦੇ ਆ। ਇਹਨਾਂ ਦੇ ਬਿਨਾਂ ਵੀ ਸਰ ਸਕਦਾ ਵੈਸੇ, ਪਰ ਅਸੀਂ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਕਰਾਂਗੇ। ਸਾਡੀ ਕੋਸ਼ਿਸ਼ ਹੈ, ਕੋਸ਼ਿਸ਼ ਰਹੀ ਹੈ, ਕੋਸ਼ਿਸ਼ ਰਹੇਗੀ ਕਿ ਸਾਡੇ ਕੋਲ ਜਿਹੜਾ ਵੀ ਸਮਾਂ ਹੈ, ਮੈਂ ਖੁਦ ਦੁਨੀਆ ਲੈਵਲ ਦੀਆਂ ਕਿਤਾਬਾਂ ਦੀ ਪੜ੍ਹਾਈ ਕਰਦਾ ਹਾਂ, ਮੇਰੇ ਨਾਲ ਬੀਬੀ ਇੰਦਰਪਾਲ ਕੌਰ ਜੀ ਸਾਥ ਦਿੰਦੇ ਹਨ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਹੁਤ ਲੰਮੇ ਸਮੇਂ ਤੋਂ ਇਹ ਵੀ ਪੜ੍ਹਾਈ ਕਰ ਰਹੇ ਹਨ, ਇੱਕ ਸਟੂਡੈਂਟ ਹਨ ਗੁਰੂ ਗ੍ਰੰਥ ਸਾਹਿਬ ਦੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਇਹਨਾਂ ਦੇ ਵਿਚਾਰ, ਕੁਝ ਸਾਡੇ ਵਿਚਾਰ, ਕੁਝ ਫਿਲਾਸਫਰਾਂ ਦੇ ਵਿਚਾਰ ਲਾ ਮਿਲਾ ਕੇ ਤੇ ਮਨੁੱਖਤਾ ਦੇ ਲਈ ਕੁਝ ਭਲੇ ਦੀਆਂ ਗੱਲਾਂ, ਕੁਝ ਕੁਦਰਤ ਦੇ ਕਾਨੂੰਨਾਂ ਦੀਆਂ ਗੱਲਾਂ ਕਰ ਸਕੀਏ। ਤਾਂ ਕਰਕੇ ਜਿਹੜੀ ਸਾਡੀ ਜ਼ੁਬਾਨ ਹੈ, ਪੰਜਾਬੀ ਜ਼ੁਬਾਨ ਨੂੰ ਬੜੇ ਹੋਰਾਂ ਇਲਾਕਿਆਂ ਦੇ ਵਿੱਚ, ਪਾਕਿਸਤਾਨ ਦੇ ਵਿੱਚ ਵੀ ਬੜੀ ਵੱਡੀ ਗਿਣਤੀ 'ਚ ਬੋਲਿਆ ਸਮਝਿਆ ਜਾਂਦਾ। ਉਹ ਵੀ ਲੋਕ ਸਾਡਾ ਪ੍ਰੋਗਰਾਮ ਬੜੀ ਪਿਆਰ ਦੇ ਨਾਲ ਦੇਖਦੇ ਹਨ। ਸਾਡੀ ਕੋਸ਼ਿਸ਼ ਰਹੀ ਹੈ, ਕੋਸ਼ਿਸ਼ ਰਹੇਗੀ, ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਸਮਾਂ ਹੈ ਤੁਹਾਡਾ ਵਰਥ ਹੋਵੇ। ਅਸੀਂ 33 ਪੌੜੀਆਂ ਤੱਕ ਹੁਣ ਤੱਕ ਕਰ ਚੁੱਕੇ ਹਾਂ। ਆਓ ਹੁਣ 34 ਪੌੜੀ ਵੱਲ ਵਧਦੇ ਹਾਂ। ਸਾਡਾ ਇੱਕ ਦੁਬਾਰਾ ਫਿਰ ਸਾਥ ਦੇਣਗੇ ਬੀਬੀ ਇੰਦਰਪਾਲ ਕੌਰ ਜੀ। ਭੈਣ ਜੀ ਬਹੁਤ ਸਵਾਗਤ ਜੀ। ਧੰਨਵਾਦ ਜੀ। ਹਾਂਜੀ, ਜਪਜੀ ਸਾਹਿਬ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ ਅਤੇ ਜਿਸ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜ਼ਿੰਦਗੀ ਨੂੰ ਜੀਣ ਦਾ ਹਰ ਸਿਧਾਂਤ ਸਮਝਾਇਆ ਗਿਆ ਹੈ। ਇਸ ਨੂੰ ਅਸੀਂ ਇੱਕ ਪਹਿਲੀ ਫਾਊਂਡੇਸ਼ਨ ਵੀ ਕਈ ਵਾਰੀ ਕਹਿ ਦਿੰਦੇ ਹਾਂ ਕਿ ਜੇ ਇਹ ਸਮਝ ਆ ਜਾਏ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਸਮੁੰਦਰ ਦੇ ਵਿੱਚ ਅਸੀਂ ਸੋਹਣੀ ਆਪਣੀ ਤੈਰਨੀ ਮਾਰ ਸਕਦੇ ਹਾਂ। ਠੀਕ ਹੈ। ਸੋ ਇਹਦੇ ਵਿੱਚ ਜਿਹੜੀ ਅੱਜ ਜੀ ਜਦੋਂ ਇਹ ਸਮਝ ਲੱਗ ਗਿਆ ਕਿ ਇੱਥੇ ਆਲੇ ਦੁਆਲੇ ਘੁੰਮੀ ਜਾਣਾ ਕਿ ਦੂਗਾ ਫਿਰ ਅਗਲਾ ਲੈਵਲ ਵੀ ਹੈ ਕੋਈ? ਦੇਖੋ ਸਮੁੰਦਰ ਨਾ ਬੇਅੰਤ ਹੁੰਦਾ ਜੀ, ਹੈ ਨਾ, ਤੇ ਮਨੁੱਖ ਜਦੋਂ ਬੇਅੰਤ ਸੋਚਾਂ ਦਾ ਮਾਲਕ ਬਣ ਜਾਂਦਾ ਹੈ ਤਾਂ ਜ਼ਿੰਦਗੀ ਮੁੱਕ ਜਾਂਦੀ ਹੈ, ਲੇਕਿਨ ਆਪਣੀਆਂ ਸੋਚਾਂ ਨੂੰ ਉਤਾਂਹ ਕਰਨ ਦੀ ਜਿਹੜੀ ਤਾਂਘ ਹੈ ਉਹ ਖਤਮ ਨਹੀਂ ਹੁੰਦੀ। ਠੀਕ ਹੈ। ਸੋ ਅਨਲਿਮਿਟਿਡ ਹੈ। ਅਨਲਿਮਿਟਿਡ ਹੈ ਜੀ। ਪੌੜੀ ਨੰਬਰ 34 ਜਿਹਦੇ ਵਿੱਚ ਸਾਨੂੰ ਧਰਮਖੰਡ ਦੀ ਗੱਲ ਕੀਤੀ ਹੈ, 35, 36, 37, 38 ਇੱਕ ਸੈਟ ਆਫ ਪੌੜੀਜ਼ ਮੰਨਦੇ ਹਾਂ ਅਸੀਂ। ਇਹਦੇ ਵਿੱਚ ਸਾਨੂੰ ਇਦਾਂ ਸਮਝਾਇਆ ਗਿਆ ਹੈ ਕਿ ਵੀ ਮਨੁੱਖ ਦੀ ਸੁਰਤੀ ਦੇ ਖੰਡ ਨੇ, ਲੈਵਲਸ ਨੇ, ਕਿਵੇਂ ਉਹ ਸੁਰਤੀ ਵਿੱਚ ਹੌਲੀ ਹੌਲੀ ਅੱਗੇ ਵੱਧਦਾ ਹੈ। ਠੀਕ ਹੈ। ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਪਹਿਲੇ ਧਰਮ ਖੰਡ, ਫਿਰ ਕਹਿੰਦੇ ਹਾਂ ਅਸੀਂ ਗਿਆਨ ਖੰਡ, ਫਿਰ ਕਹਿੰਦੇ ਹਾਂ ਸ਼ਰਮ ਖੰਡ, ਸ਼ਰਮ ਕਰਨ ਦਾ ਖੰਡ, ਫਿਰ ਕਰਮ ਖੰਡ, ਮਿਹਰ, ਬਖਸ਼ਿਸ਼ ਅਤੇ ਫਿਰ ਸੱਚਖੰਡ ਦੀ ਅਵਸਥਾ। ਉਹ ਗੱਲ ਵੱਖਰੀ ਹੈ ਕਿ ਅਸੀਂ 20, 25, 30 ਸਾਲ ਹੋ ਜਾਂਦੇ ਨੇ ਜਪਜੀ ਨੂੰ ਮੁਜਬਾਨੀ ਪੜ੍ਹਦੇ ਹਾਂ, ਲੇਕਿਨ ਅਸੀਂ ਫਿਰ ਵੀ ਜਦੋਂ ਸੱਚਖੰਡ ਦੀ ਗੱਲ ਆਉਂਦੀ ਹੈ ਤੇ ਰੱਬ ਨੂੰ ਉੱਤੇ ਆਸਮਾਨੇ ਤੱਕਦੇ ਹਾਂ ਕਿ ਕਿੱਥੇ ਹੈ, ਜਾਂ ਕਿਸੇ ਬੰਦ ਕਮਰੇ ਵਿੱਚ ਜਿੱਥੇ ਅਸੀਂ ਬਾਬਾ ਜੀ ਦਾ ਸੁਖਾਸਨ ਕਰਦੇ ਹਾਂ, ਸੋਚਦੇ ਹਾਂ ਉਹ ਸੱਚਖੰਡ ਵਿੱਚ ਪਹੁੰਚ ਗਏ, ਜਾਂ ਗੁਰਦੁਆਰੇ ਕਿਸੇ ਮਿੱਥੀ ਹੋਈ ਥਾਂ ਨੂੰ ਅਸੀਂ ਉੱਥੇ ਬਣਾ ਲੈਂਦੇ ਹਾਂ। ਤੇ ਮੈਂ ਉਮੀਦ ਕਰਦੀ ਹਾਂ ਕਿ ਇਹ ਪੌੜੀਆਂ ਦੇ ਵਿੱਚੋਂ ਹਰ ਮਨੁੱਖ ਆਪਣੇ ਅੰਦਰ ਦੇ ਸੱਚਖੰਡ ਤੱਕ ਪਹੁੰਚਣ ਦਾ ਸਫ਼ਰ ਕਰ ਸਕੇ, ਉਸ ਦੇ ਬਾਰੇ ਸੋਚ ਸਕੇ। ਠੀਕ ਹੈ। ਜਿਹੜਾ ਸੱਚਖੰਡ ਹੈ ਉਹ ਕਿਸੇ ਖਾਸ ਬੰਦੇ ਲਈ ਨਹੀਂ, ਕਿਸੇ ਖਾਸ ਥਾਂ ਲਈ ਨਹੀਂ ਹੈ, ਕਿਸੇ ਕਿਤੇ ਧਰਤੀ ਤੋਂ ਬਾਹਰ ਵੀ ਨਹੀਂ ਹੈ। ਉਹ ਸਾਡੇ ਅੰਦਰ ਦਾ ਹੀ ਉਹ ਹਿੱਸਾ ਹੈ ਜਿਸ ਤੋਂ ਅਸੀਂ ਅਣਜਾਣ ਹਾਂ, ਜਿਹਨੂੰ ਕਹਿੰਦੇ ਨੇ ਆਪਣੇ ਮੂਲ ਨੂੰ ਨਹੀਂ ਪਛਾਣਿਆ, ਆਪਣੇ ਸੋਰਸ ਨੂੰ ਨਹੀਂ ਪਛਾਣਿਆ। ਧਰਤੀ ਦਾ ਹਰ ਮਨੁੱਖ ਡਸ ਨਾਟ ਮੈਟਰ, ਉਹਨੇ ਲੇਬਲ ਕੀ ਲਾਇਆ ਹੈ, ਬਾਈਜ਼ ਹੈ ਕਿ ਜੂਇਸ਼ ਹੈ ਕਿ ਕ੍ਰਿਸਚਨ ਹੈ, ਇੱਕ ਜੀਨ ਤੋਂ ਬਣਿਆ ਹੈ। ਉਹ ਜੀਨ ਹਰ ਮਨੁੱਖ ਦੇ ਵਿੱਚ ਸਾਂਝਾ ਹੈ। ਠੀਕ ਹੈ। ਕਿਉਂਕਿ ਕੁਝ ਲੋਕ ਸੋਚਦੇ ਨੇ ਕਿ ਇਹ ਮਹਾਂਪੁਰਸ਼ ਸੀਗੇ, ਇਹੀ ਉੱਥੇ ਪਹੁੰਚ ਗਏ ਨੇ, ਮੈਂ ਨਹੀਂ ਜਾ ਸਕਦਾ, ਮੈਂ ਤਾਂ ਪਾਪੀ ਹਾਂ। ਸੋ ਇਹ ਗਰੰਟੀ ਹੈ ਕਿ ਅਸੀਂ ਜਾ ਸਕਦੇ ਹਾਂ। ਬਿਲਕੁਲ ਜਾ ਸਕਦੇ ਹਾਂ। ਇਹ ਪੌੜੀਆਂ ਨੂੰ ਦੁਬਾਰਾ ਸਮਝਣ ਵਾਸਤੇ ਅਸੀਂ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ, ਜਿਹਨੂੰ ਅਸੀਂ ਕਾਫੀ ਵਾਰੀ ਪਹਿਲੇ ਵੀ ਹਾਈਲਾਈਟ ਕਰ ਚੁੱਕੇ ਹਾਂ, ਜੋ ਬ੍ਰਹਮੰਡੇ ਸੋਈ ਪਿੰਡ ਹੈ, ਕਿ ਜੋ ਇੱਕ ਮਨੁੱਖ ਬਾਹਰ ਦਾ ਬ੍ਰਹਮੰਡ ਦੇਖਦਾ ਹੈ, ਜਿਹਦੇ ਵਿੱਚ ਚੰਨ, ਸੂਰਜ, ਤਾਰੇ, ਹਰਿਆਵਲ, ਬਨਸਪਤੀ, ਪੰਛੀ, ਪਸ਼ੂ, ਉਹ ਸਾਰੇ ਦੀ ਸਾਰੀ ਬ੍ਰਹਮੰਡ ਇੱਕ ਉਸਦੇ ਅੰਦਰ ਵੀ ਐਗਜ਼ਿਸਟ ਕਰ ਰਹੀ ਹੈ। ਠੀਕ ਹੈ। ਇਹੀ ਖੂਬਸੂਰਤੀ ਹੈ ਮਨੁੱਖੀ ਜੀਵਨ ਦੀ ਕਿ ਉਹਨੂੰ ਇਹ ਚੀਜ਼ ਦੀ ਸਮਝ ਹੈ। ਹਾਂ। ਤੇ ਉਸ ਨਾਲ ਉਸਨੇ ਕਿਵੇਂ ਆਪਣਾ ਇੱਕ ਵਿਜ਼ਡਮ, ਇੱਕ ਵਿਵੇਕ ਬੁੱਧੀ, ਇੱਕ ਗਿਆਨ ਪ੍ਰਾਪਤ ਕਰਕੇ ਉਸ ਬ੍ਰਹਮੰਡ ਤੋਂ ਉਹਨੇ ਕਿਵੇਂ ਚੰਗੇ ਆਪਣੇ ਗੁਣ ਪ੍ਰਾਪਤ ਕਰਨੇ ਹਨ ਆਪਣੇ ਜੀਵਨ ਨੂੰ, ਉਹ ਇਸ ਪੌੜੀ ਦੀ ਵਿਚਾਰ ਹੈ ਜੀ। ਹੁਣ ਤੱਕ ਜਦੋਂ ਅਸੀਂ ਇਸ ਪੌੜੀ ਨੂੰ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸ਼ਾਲ, ਤਿਸ ਵਿੱਚ ਜਿय ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਈ।
ਆਮ ਤੌਰ ਦੇ ਉੱਤੇ ਜੇ ਅਸੀਂ ਸਰਫੇਸ ਮੀਨਿੰਗ ਦੇਖੀਏ ਤੇ ਸਮਝਾਇਆ ਜਾਂਦਾ ਹੈ ਕਿ ਵੀ ਰਾਤਾਂ ਰੁੱਤਾਂ ਥਿੱਤਾਂ ਵਾਰ ਧਰਤੀ ਜਿਹੜੀ ਹੈ ਸਭ ਬਣਾਈ ਹੈ ਮਨੁੱਖ ਦੇ ਵਾਸਤੇ ਇੱਕ ਧਰਮ ਕਮਾਉਣ ਦਾ ਸਥਾਨ। ਅੱਛਾ। ਤੇ ਮਨੁੱਖ ਨੂੰ ਫਿਰ ਅੱਗੇ ਜਾ ਕੇ ਜਿਵੇਂ ਆਇਆ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ, ਤੇ ਮਨੁੱਖ ਨੂੰ ਫਿਰ ਮਰਨ ਤੋਂ ਬਾਅਦ ਜਾ ਕੇ ਪਤਾ ਲੱਗੇਗਾ ਕਿ ਮੈਂ ਕੱਚਾ ਹਾਂ ਕਿ ਪੱਕਾ ਹੈ। ਫਿਰ ਇਹ ਸੋਚ ਅਸੀਂ ਟੁਕਾ ਦਿੰਦੇ ਹਾਂ। ਪਰ ਅਸੀਂ ਗੱਲ ਕਰਨੀ ਹੈ, ਸਮਝਣੀ ਹੈ ਕਿ ਜੋ ਬ੍ਰਹਮੰਡੇ ਜੇ ਬਾਹਰ ਰਾਤਾਂ ਰੁੱਤਾਂ ਹੈਗੀਆਂ ਨੇ ਥਿੱਤਾਂ ਨੇ ਤੇ ਮੇਰੇ ਅੰਦਰ ਦੀਆਂ ਕਿਹੜੀਆਂ ਨੇ, ਅਸੀਂ ਇਸ ਵਿਚਾਰ ਨੂੰ ਇਸ ਪੌੜੀ ਤੋਂ ਸਾਂਝਾ ਕਰਨਾ ਹੈ। ਸੋ ਜਿੱਥੇ ਵੀ ਰਾਤੀ ਰੁੱਤੀ ਗੱਲ ਚੱਲ ਰਹੀ ਹੈ ਰੁੱਤਾਂ ਦੀ, ਦੈਟ ਮੀਨਸ ਗਿਆਨ ਦੇ ਸੂਰਜ ਦੀ ਗੱਲ ਚੱਲ ਰਹੀ ਹੈ, ਕਿਉਂਕਿ ਸੂਰਜ ਹੀ ਰੁੱਤਾਂ ਤੇ ਰਾਤਾਂ ਬਣਾਉਂਦਾ ਹੈ। ਜਿੱਥੇ ਥਿੱਤੀਵਾਰ ਦੀ ਗੱਲ ਆਉਂਦੀ ਹੈ ਦਿਨ ਦੀ, ਉੱਥੇ ਸ਼ੀਤਲਤਾ ਦੀ ਚੰਨ ਦੀ ਗੱਲ ਚੱਲਦੀ ਹੈ। ਚੰਨ ਮਤਲਬ ਸ਼ੀਤਲਤਾ, ਕਿਉਂਕਿ ਇਹ ਜਿਹੜੀ ਥਿੱਤਵਾਰ ਨੇ ਇਹ ਚੰਨ ਦੀ ਉਸ ਤੋਂ ਡਾਇਰੈਕਸ਼ਨ ਤੋਂ ਬਣਦੇ ਹਨ। ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਜਦੋਂ ਹੀ ਮਨੁੱਖ ਇੱਕ ਸਤਿਗੁਰੂ ਜੋ ਦੁਨਿਆਵੀ ਹੈ, ਸੌਰੀ ਪੂਰੀ ਦੁਨੀਆ ਵਾਸਤੇ ਹੈ, ਇੱਕ ਮਨੁੱਖ ਨਹੀਂ ਹੈ, ਸਤਿਗੁਰ ਸੱਚਾ ਗਿਆਨ, ਠੀਕ ਹੈ, ਜੋ ਹੀ ਉਸ ਨੂੰ ਸਮਝ ਕੇ ਸਰੈਂਡਰ ਕਰਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਦੇ ਜਿਹੜੇ ਇਹ ਚੰਨ ਸੂਰਜ ਤਾਰੇ ਨੇ ਇਹਨਾਂ ਦੇ ਬਾਰੇ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਅੱਗੇ ਕਹਿੰਦੇ ਨੇ ਪਵਨ ਪਾਣੀ ਅਗਨੀ ਪਾਤਾਲ। ਇਹ ਅਸੀਂ ਬਾਰ-ਬਾਰ ਹੁਣ ਜਪਜੀ ਸਾਹਿਬ ਆਲਮੋਸਟ ਡਿਸਕਸ ਕਾਫੀ ਮਹੀਨਿਆਂ ਤੋਂ ਕਰ ਰਹੇ ਹਾਂ, ਸਾਲ ਹੀ ਹੋਣ ਲੱਗਾ ਹੈ, ਤਾਂ ਮੈਂ ਉਮੀਦ ਕਰਦੀ ਹਾਂ ਕਿ ਜਿੱਥੇ ਵੀ ਇਹ ਪਵਨ ਪਾਣੀ ਅਗਨੀ ਪਾਤਾਲ ਜਿਹੜੇ ਇਹ ਲਫ਼ਜ਼ ਆਉਂਦੇ ਨੇ ਤਾਂ ਇਮੀਡੀਏਟਲੀ ਸਾਨੂੰ ਹੁਣ ਮੀਨਿੰਗ ਆ ਜਾਣਾ ਚਾਹੀਦਾ ਹੈ। ਪਵਨ ਦਾ ਮਤਲਬ ਚੰਗੇ ਖਿਆਲਾਂ ਦੀ ਪਵਨ, ਉਹ ਸੱਚ ਦਾ ਗਿਆਨ। ਪਾਣੀ ਮਤਲਬ ਉਹ ਵਾਲਾ ਸੰਤੋਖ ਦਾ ਪਾਣੀ, ਕੰਟੈਂਟਮੈਂਟ ਐਜ਼ ਵਾਟਰ। ਅਗਨ ਪਾਤਾਲ ਮੀਨ ਜਿਹੜੀਆਂ ਮਾੜੀਆਂ ਸੋਚਾਂ ਨੂੰ ਮੁਕਾਉਣ ਵਾਸਤੇ ਜਿਹੜੀ ਅਗਨੀ ਹੈ, ਅੱਗ ਹੈ। ਸੋ ਇਹ ਸਾਨੂੰ ਵੋਕੈਬਲਰੀ, ਕਿਉਂਕਿ ਪੋਇਟਿਕ ਫਾਰਮ ਦੇ ਵਿੱਚ ਹੈ ਗੁਰਬਾਣੀ, ਸਾਰੀ ਕਾਵਿ ਰੂਪ ਹੈ, ਤੇ ਸਾਨੂੰ ਇਮੀਡੀਏਟਲੀ ਇਹਨਾਂ ਦਾ ਖਿਆਲ ਆ ਜਾਣਾ ਚਾਹੀਦਾ ਕਿ ਇਹ ਸਾਰਾ ਕੁਝ ਮੇਰੇ ਅੰਦਰ ਐਗਜ਼ਿਸਟ ਕਰ ਰਿਹਾ ਹੈ। ਓਕੇ। ਅੱਗੇ ਕਹਿੰਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਅਸੀਂ ਇਸ ਨੂੰ ਬਹੁਤਾ ਵਿਸਤਾਰ ਵਿੱਚ ਸਾਡੇ ਕੋਲ ਸਮਝ ਨਹੀਂ ਹੈ, ਲੇਕਿਨ ਤਿਸ ਵਿੱਚ ਮਤਲਬ ਉਸ ਸੱਚ ਦੇ ਗਿਆਨ ਦੇ ਵਿੱਚ ਦੁਆਰਾ ਇਹ ਧਰਤੀ ਧਰਮਸ਼ਾਲ ਸਾਡੇ ਅੰਦਰ ਬਣਾਉਣ ਵਾਸਤੇ ਇਹ ਸਾਰਾ ਗਿਆਨ ਸਾਨੂੰ ਦਿੱਤਾ ਗਿਆ ਹੈ। ਓਕੇ। ਅੱਗੇ ਕਹਿੰਦੇ ਨੇ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ। ਹੁਣ ਜਿੱਥੇ ਵੀ ਜੀ ਜੁਗਤ ਕੇ ਰੰਗ ਆਉਂਦੇ ਨੇ, ਇੱਥੇ ਜਾਂ ਤਾਂ ਆ ਜਾਂਦਾ ਹੈ ਸਾਡੇ ਕੋਲ ਰੱਬੀ ਗੁਣ ਜਿਹਨੂੰ ਅਸੀਂ ਕਹਿੰਦੇ ਆ ਵਰਚੂਸ, ਠੀਕ ਹੈ, ਤੇ ਜਾਂ ਫਿਰ ਕਈ ਵਾਰੀ ਜੀ ਜੁਗਤ ਕੇ ਰੰਗ ਦੇ ਵਿੱਚ ਸਾਡੇ ਕੋਲ ਦੁਨਿਆਵੀ ਮਾਇਆ ਦੇ ਰੰਗਾਂ ਦੇ ਬਾਰੇ ਵੀ ਗੱਲ ਚੱਲਦੀ ਹੈ। ਤਿਨਕੇ ਨਾਮ ਅਨੇਕ ਅਨੰਤ ਮਤਲਬ ਅਨੇਕਾਂ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਨੇ। ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਕਰਮੀ ਉਹ ਰੱਬ ਦੀ ਮਿਹਰ, ਰੱਬ ਦੀ ਮਿਹਰ ਮਤਲਬ ਕਿ ਉਸ ਦੀ ਨਦਰ ਬਖਸ਼ਿਸ਼ ਗਿਆਨ ਦੀ, ਤੇ ਕਰਮੀ ਹੋਏ ਵਿਚਾਰ ਮਤਲਬ ਉਸ ਦੇ ਨਾਲ ਆਪਣੇ ਕਰਮਾਂ ਦੀ ਵਿਚਾਰ ਕਰਨ ਦਾ ਮੌਕਾ ਬਣ ਜਾਣਾ। ਬਖਸ਼ਿਸ਼ ਕੀ ਹੈ? ਬਖਸ਼ਿਸ਼ ਹੈ ਜਦੋਂ ਮੈਨੂੰ ਆਪਣੇ ਕਰਮਾਂ ਨੂੰ ਐਨਾਲਿਸਿਸ ਕਰਨਾ ਆ ਗਿਆ, ਜਦੋਂ ਨਹੀਂ ਸਮਝ ਆ ਗਈ ਮੇਰੇ ਕੋਲੇ ਜੀ। ਹੁਣ ਤੱਕ ਮੈਂ ਆਪਣੇ ਕਰਮਾਂ ਨੂੰ ਕਦੀ ਕਸਵੱਟੀ ਤੇ ਲਗਾ ਕੇ ਨਹੀਂ ਦੇਖਿਆ ਕਿ ਮਨੁੱਖਤਾ ਵਾਲੇ ਕਰਮ ਹੈ ਨੇ ਕਿ ਨਹੀਂ ਨੇ, ਹੈ ਨਾ। ਕਸਵੱਟੀ ਹੈ ਨਹੀਂ ਸੀ ਲਾਉਣਾ, ਕਸਵੱਟੀ ਨਹੀਂ ਸੀ। ਹਰ ਮਨੁੱਖ ਆਪਣੀ ਹੀ ਸੋਚਣੀ ਨੂੰ ਐਕਸਲੈਂਟ ਮੰਗ ਰਿਹਾ ਹੈ ਅਤੇ ਟੁੱਟਾ ਹੋਇਆ ਦੂਜੇ ਮਨੁੱਖ ਨੂੰ ਹੇਟਡ ਉਹ ਨਹੀਂ ਖਤਮ ਕਰਦਾ, ਹੈ ਨਾ, ਮੋਹ ਉਹ ਨਹੀਂ ਖਤਮ ਕਰਦਾ, ਜੈਲਸੀ ਈਰਖਾ ਤੇਰ ਮੇਰ ਸਭ ਕੁਝ ਰੱਖਦੇ ਹੋਏ ਸਮਝਦਾ ਹੈ ਕਿ ਸ਼ਾਇਦ ਮੈਂ ਹੀ ਸਿਰਮੋਹਰ ਹਾਂ। ਕਿਉਂ? ਕਿਉਂਕਿ ਮੈਂ ਧਾਰਮਿਕ ਪਹਿਰਾਵਾ ਪਾਇਆ ਹੋਇਆ ਤੇ ਜਾਂ ਮੈਂ ਧਾਰਮਿਕ ਦੁਨੀਆ ਦੇ ਵਿੱਚ ਬਹੁਤ ਪੈਸਾ ਖਰਚ ਕਰ ਸਕਦਾ ਵਾਂ। ਸੋ ਇਸ ਪੌੜੀ ਦੇ ਅਖੀਰ ਦੇ ਵਿੱਚ ਗੱਲ ਸਮਝਾਈ ਹੈ ਕਿ ਸੱਚਾ ਆਪ ਸੱਚਾ ਦਰਬਾਰ ਹੈ, ਸਭ ਉਸ ਨੂੰ ਮਨੁੱਖ ਨੂੰ ਸਮਝ ਆ ਜਾਂਦਾ ਹੈ। ਤਿੱਥੇ ਸੋਹਨ ਪੰਜ ਪ੍ਰਵਾਨ ਮੀਨਸ ਚੰਗੇ ਗੁਣ ਉਹਦੇ ਪ੍ਰਵਾਨ ਹੁੰਦੇ ਨੇ। ਅਖੀਰ ਦੇ ਵਿੱਚ ਜਿਹੜੀ ਅਸੀਂ ਗੱਲ ਸਮਝਣੀ ਹੈ, ਕਹਿੰਦੇ ਨੇ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ। ਧਰਮਖੰਡ ਦੀ ਗੱਲ ਸਮਝਾ ਰਹੇ ਨੇ ਕਿ ਜਦੋਂ ਮਨੁੱਖ ਆਪਣੇ ਆਤਮਕ ਦਰਬਾਰ ਦੇ ਵਿੱਚ, ਅਸੀਂ ਦੁਬਾਰਾ ਗੱਲ ਕਰ ਲਈਏ, ਰੱਬੀ ਦਰਬਾਰ ਕਿਤੇ ਬਾਹਰ ਐਗਜ਼ਿਸਟ ਨਹੀਂ ਕਰਦਾ। ਇਹ ਟੌਪਿਕ ਮੈਂ ਅਗਲੀ ਵਾਲੇ ਵਿੱਚ ਡਿਟੇਲ ਚ ਲਾਂਗੀ ਆਪ ਜੀ ਦੇ ਨਾਲ, ਲੇਕਿਨ ਇੱਥੇ ਸਮਝਣਾ ਹੈ ਕਿ ਜਦੋਂ ਮਨੁੱਖ ਆਪਣੇ ਦਰਬਾਰ ਦੇ ਵਿੱਚ ਅੰਦਰ ਪਹੁੰਚ ਗਿਆ ਨਾ, ਕੋਰਟ ਵਿੱਚ ਪਹੁੰਚ ਗਿਆ ਨਾ, ਉੱਥੇ ਕੱਚ ਤੋਂ ਪੱਕਾ
ਕੱਚੇ ਤੋਂ ਪੱਕਾ ਹੋ ਹੀ ਜਾਂਦਾ ਹੈ। ਜਿਵੇਂ ਇੱਕ ਤੰਦੂਰ ਦੇ ਵਿੱਚ ਤੁਸੀਂ ਰੋਟੀ ਲਾਉਂਦੇ ਹੋ ਨਾ, ਕੱਚੇ ਆਟੇ ਤੋਂ ਪੱਕੀ ਬਣ ਸੁੱਕੀ ਹੀ ਮੁੜਦੀ ਨਹੀਂ ਜਾਂਦੀ ਨਾ। ਹੈ, ਬਣ ਹੀ ਜਾਂਦੀ ਠੀਕ ਹੈ। ਹੈ। ਅਸੀਂ ਆਪਣੇ ਦਰਬਾਰ ਤੱਕ ਅੰਦਰ ਪਹੁੰਚ ਹੀ ਨਹੀਂ ਸਕਦੇ। ਹਾਂ ਹਾਂ ਇਸ ਕਰਕੇ ਅਸੀਂ ਕਦੇ ਕਦੇ ਕੱਚੇ ਤੋਂ ਪੱਕੇ ਮਨੁੱਖ ਨਹੀਂ ਬਣਦੇ। ਸੋ ਇਹ ਇਸ ਪੌੜੀ ਦਾ ਸਾਡੇ ਵਾਸਤੇ ਸੁਨੇਹਾ ਹੈ ਕਿ ਕਿਵੇਂ ਮਨੁੱਖ ਜਿਹੜਾ ਹੈ ਸੱਚੀ ਦਰਗਾਹ ਵਿੱਚ ਪਹੁੰਚ ਕੇ ਕੱਚੇ ਤੋਂ ਪੱਕਾ ਬਣ ਜਾਂਦਾ ਹੈ। ਇਹੀ ਧਰਮ ਖੰਡ ਹੈ। ਸੱਚੀ ਸੱਚਖੰਡ ਹੈ ਤੁਹਾਡਾ ਆਪਣਾ ਆਪ ਅਤੇ ਪ੍ਰਮਾਤਮਾ ਹੈ ਤੁਹਾਡਾ ਗਿਆਨ। ਜਦੋਂ ਗਿਆਨ ਦੇ ਨਾਲ ਜੁੜ ਜਾਓਗੇ, ਪ੍ਰਮਾਤਮਾ ਨਾਲ ਜੁੜ ਜਾਓਗੇ, ਕਿਉਂਕਿ ਸਾਨੂੰ ਦੁਨਿਆਵੀ ਬੋਲੀ 'ਚ ਵੀ ਗੱਲ ਕਰਨੀ ਪੈਂਦੀ ਆ, ਪਰ ਅਸੀਂ ਬੁੱਧੀਜੀਵੀਆਂ ਵਾਲੀ ਬੋਲੀ ਤੋਂ ਵੀ ਪਾਸੇ ਨਹੀਂ ਹੋ ਸਕਦੇ, ਕਿਉਂਕਿ ਜੇ ਅਸੀਂ ਉਹੀ ਸ਼ਬਦ ਬੋਲੇ ਜਿਹੜੇ ਦੁਨੀਆ ਬੋਲਦੀ ਆ ਤਾਂ ਫਿਰ ਤੁਸੀਂ ਮਤਲਬ ਵੀ ਉਹੀ ਕੱਢ ਲੈਣੇ ਆ। ਸੋ ਲਓ ਜੀ, ਅੱਜ ਇਹ ਪੌੜੀ ਨੂੰ ਸਮਾਪਤ ਕਰਨ ਦਾ ਸਮਾਂ ਹੋ ਚੁੱਕਿਆ ਹੈ। ਅਗਲੇ ਹਫਤੇ ਦੁਬਾਰਾ ਫਿਰ ਅਗਲੀ ਪੌੜੀ ਨਾਲ ਮਿਲਦੇ ਆ। ਭੈਣ ਜੀ ਉਹਨਾਂ ਦੇ ਵੱਲੋਂ ਬਹੁਤ ਹੀ ਡੀਟੇਲ ਦੇ ਵਿੱਚ ਕਲਾਸਿਸ ਵੀ ਲਗਾਈਆਂ ਜਾਂਦੀਆਂ ਨੇ ਬਰੈਂਪਟਨ ਦੇ ਵਿੱਚ, ਉਹਨਾਂ ਬਾਰੇ ਕੋਈ ਜਾਣਕਾਰੀ ਲੈਣੀ ਆ ਤਾਂ ਇਹਨਾਂ ਦਾ ਨੰਬਰ ਵੀ ਸਕਰੀਨ ਦੇ ਉੱਪਰ ਆਉਂਦਾ ਹੈ, ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਵੀ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਹਾਂਜੀ, ਅਤੇ YouTube ਤੇ ਸੀਕੁਐਂਸ ਵਾਈਜ਼ ਵੀ ਇਸ ਬਾਣੀ ਨੂੰ ਉਹ ਸਮਝ ਸੁਣ ਸਕਦੇ ਸਕਦੇ ਨੇ। ਬੜੀ ਮਿਹਰਬਾਨੀ।